ਹੈਲੋ ਡੀਅਰ ਸਟੂਡੈਂਟਸ, ਸਵਾਗਤ ਹੈ ਤੁਹਾਡਾ। ਇਸ ਵੀਡੀਓ 'ਚ ਅਸੀਂ ਕਰਾਂਗੇ ਨਿਆਂ ਦੀਆਂ ਕਿਸਮਾਂ, ਵਿਸਤਾਰਪੂਰਵਕ ਕਰਾਂਗੇ। ਕਾइंड्स ऑफ जस्टिस। ਲਾਸਟ ਵੀਡੀਓ ਦਾ ਕਨਸੈਪਟ ਆਫ ਜਸਟਿਸ 'ਤੇ ਸੀ, ਯਾਨੀ ਕਿ ਨਿਆਂ ਦੀ ਧਾਰਨਾ 'ਤੇ ਸੀ। ਉਸ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਆਲਰੇਡੀ। ਨਿਆਂ ਕੀ ਹੈ, ਅਰਥ, ਪਰਿਭਾਸ਼ਾਵਾਂ ਅਤੇ ਨਿਆਂ ਦੇ ਬੁਨਿਆਦੀ ਪੱਖ। ਇਸ ਵੀਡੀਓ 'ਚ ਅਸੀਂ ਕਰਾਂਗੇ ਨਿਆਂ ਦੇ ਵੱਖ-ਵੱਖ ਪੱਖ ਜਾਂ ਕਿਸਮਾਂ। ਚਲੋ ਫਿਰ ਸ਼ੁਰੂ ਕਰਦੇ ਹਾਂ। ਜੇ ਇਤਿਹਾਸ ਨੂੰ ਅਸੀਂ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਮਨੁੱਖ ਦੁਆਰਾ ਸੁਤੰਤਰਤਾ ਦੀ ਪ੍ਰਾਪਤੀ ਲਈ ਕੀਤੀ ਗਈ ਜੋ ਸੰਘਰਸ਼ ਸੀ ਉਹ ਨਿਆਂ ਲਈ ਸੀ। ਜਦੋਂ ਵਿਅਕਤੀ ਉਚਿਤ ਮੰਗ ਕਰਦਾ ਹੈ ਤਾਂ ਅਸਲ ਵਿੱਚ ਨਿਆਂ ਦੀ ਮੰਗ ਹੁੰਦੀ ਹੈ, ਅਤੇ ਉਚਿਤ ਮੰਗ ਸਮਾਜ ਦੁਆਰਾ ਪ੍ਰਵਾਨਿਤ ਕਦਰਾਂ ਕੀਮਤਾਂ ਦੇ ਅਨੁਸਾਰ ਹੁੰਦੀ ਹੈ। ਅਰਸਤੂ ਰਾਜਨੀਤੀ ਸ਼ਾਸਤਰ ਦੇ ਪਿਤਾਮਾ ਵਿਤਰਣਾਤਮਕ ਨਿਆਂ ਨੂੰ ਸਮਰਥਨ ਦਿੰਦੇ ਹਨ। ਅਰਸਤੂ ਅਨੁਸਾਰ ਰਾਜ ਦੁਆਰਾ ਨਾਗਰਿਕਾਂ ਵਿਚਕਾਰ ਉਹਨਾਂ ਦੀ ਯੋਗਤਾ ਅਤੇ ਗੁਣਾਂ ਦੇ ਆਧਾਰ 'ਤੇ ਅਧਿਕਾਰ ਅਤੇ ਪਦਾਂ ਦੀ ਵੰਡ ਕੀਤੀ ਜਾਣੀ ਚਾਹੀਦੀ ਹੈ। ਇਹ ਉਚਿਤ ਵੰਡ ਹੀ ਨਿਆਂ ਹੈ। ਸਾਲਮਨ ਇਹਨੂੰ ਕਹਿੰਦੇ ਹਨ ਕਿ ਜਸਟਿਸ ਮੀਨਸ ਟੂ ਡਿਸਟਰੀਬਿਊਟ ਦ ਡਿਊ ਸ਼ੇਅਰ ਟੂ ਐਵਰੀਵਨ। ਹਰ ਕਿਸੇ ਨੂੰ ਉਸਦਾ ਡਿਊ ਸ਼ੇਅਰ ਦੇਣਾ, ਉਸਦਾ ਹੱਕ ਦੇਣਾ ਜਿਹੜਾ ਹੈ ਉਹ ਨਿਆਂ ਹੈ। ਇਸ ਤੋਂ ਪਹਿਲਾਂ ਕਿ ਅਸੀਂ ਨਿਆਂ ਦੀ ਕਿਸਮਾਂ ਨੂੰ ਵਿਸਤਾਰਪੂਰਵਕ ਪੜ੍ਹੀਏ, ਇੱਕ ਵਾਰੀ ਬਰੀਫ 'ਚ ਨਿਆਂ ਦਾ ਅਰਥ ਦੱਸ ਦਿੰਦਾ ਵਾਂ ਇੱਥੇ ਕਿ ਨਿਆਂ ਦਾ ਸ਼ਬਦ ਜਿਹੜਾ ਹੈ ਇਹ ਜਟਿਲ ਹੈ, ਬੇਸਿਕਲੀ ਮੁਸ਼ਕਿਲ ਸ਼ਬਦ ਹੈ, ਜਿਸ ਨੂੰ ਕਿ ਵੱਖ-ਵੱਖ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ। ਅੰਗਰੇਜ਼ੀ ਦਾ ਸ਼ਬਦ ਜਸਟਿਸ ਜਿਹੜਾ ਹੈ ਉਹ ਲੈਤਿਨ ਭਾਸ਼ਾ ਦੇ ਸ਼ਬਦ ਜਸ ਤੋਂ ਬਣਿਆ ਹੈ, ਜਿਸ ਦਾ ਅਰਥ ਹੁੰਦਾ ਹੈ ਬੰਨਣਾ ਜਾਂ ਜੋੜਨਾ ਜਾਂ ਬੰਧਨ। ਅਤੇ ਆਓ ਨਿਆਂ ਦੀ ਕਿਸਮਾਂ ਨੂੰ ਵਿਸਤਾਰਪੂਰਵਕ ਪੜ੍ਹਦੇ ਹਾਂ। ਨਿਆਂ ਨੂੰ ਬੇਸਿਕਲੀ ਅਸੀਂ ਵੱਖ-ਵੱਖ ਪਹਿਲੂਆਂ ਵਿੱਚ ਪੜ੍ਹਾਂਗੇ, ਜਾਂ ਵੱਖ-ਵੱਖ ਪੱਖ 'ਚ ਜਾਂ ਵੱਖ-ਵੱਖ ਕਿਸਮਾਂ ਵੀ ਇਹਨੂੰ ਕਹਿ ਸਕਦੇ ਹਾਂ। ਇਹ ਇਸ ਲਈ ਹੈ ਕਿ ਨਿਆਂ ਜਿਹੜੀ ਇੱਕ ਧਾਰਨਾ ਹੈ ਨਾ, ਇਹ ਬਹੁਪੱਖੀ ਧਾਰਨਾ ਹੈ। ਇਸ ਲਈ ਇਸ ਨੂੰ ਅਲੱਗ-ਅਲੱਗ ਪੱਖ ਤੋਂ ਪੜ੍ਹਨਾ, ਅਲੱਗ-ਅਲੱਗ ਪੱਖ ਤੋਂ ਸਮਝਣਾ ਅਤੇ ਅਲੱਗ-ਅਲੱਗ ਪੱਖਾਂ ਤੋਂ ਨਿਆਂ ਮਿਲੇ ਤਾਂ ਹੀ ਸੱਚਮੁੱਚ ਨਿਆਂ ਮੰਨਿਆ ਜਾਏਗਾ। ਸਭ ਤੋਂ ਪਹਿਲਾ ਪੱਖ ਹੈ ਨਿਆਂ ਦਾ ਕਾਨੂੰਨੀ ਪੱਖ, ਯਾਨੀ ਕਿ ਲੀਗਲ ਡਾਇਮੈਂਸ਼ਨ ऑफ जस्टिस और लीगल जस्टिस। दूसरा है न्याय का राजनीतिक पक्ष, पोलिटिकल डायमेंशन ऑफ जस्टिस या पोलिटिकल जस्टिस। थर्ड वन इज न्याय का समाजिक पक्ष, यानी कि सोशल डायमेंशन ऑफ जस्टिस या सोशल जस्टिस। एंड फोर्थ इज न्याय का आर्थिक पक्ष, इकोनॉमिक डायमेंशन ऑफ जस्टिस और इकोनॉमिक जस्टिस। इन्हां न्याय दियां पक्षां नूं असीं न्याय दियां किस्मां भी आखदे हन। इस प्रकार हैं कानूनी न्याय, समाजिक न्याय, आर्थिक न्याय ते राजनीतिक न्याय। चलो हुण डिटेल च पढ़ते हैं कानूनी न्याय। राइट, जो कानून नाल संबंधित है। बेसिकली कानूनी न्याय किहदे नाल संबंधित है? कानून नाल, यानी कि इस दे विच असीं ला दे अनुसार जो हुंदा उसनूं करांगे, न्याय दी देवी। तो चलो पढ़ते हैं न्याय का कानूनी पक्ष, यानी कि लीगल डायमेंशन ऑफ जस्टिस, लीगल जस्टिस। न्याय और कानून का आपस में बहुत गहरा संबंध है। कानूनी न्याय का मुख्य अर्थ कानून के अनुसार न्याय है। इसनूं इंग्लिश में जस्टिस अकॉर्डिंग टू लॉ कहा जाता है। इसके मुख्य पहलू हैं या इसके मुख्य शर्तां हैं कि कानून का न्यायपूर्ण होना, यानी कि कोई भी कानून सब लिए न्यायपूर्ण होना चाहिए है, तां ही
ਕਾਨੂੰਨੀ ਨਿਆਂ ਦੀ ਗੱਲ ਹੋਏਗੀ। ਇਸ ਤੋਂ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਦੱਸ ਦੇਵਾਂ ਕਿ ਕਾਨੂੰਨ ਕੀ ਹੈ। ਕਾਨੂੰਨ ਕੀ ਹੈ? ਕਾਨੂੰਨ ਉਹ ਨਿਯਮ ਹਨ ਜੋ ਕਿ ਰਾਜ ਰਾਹੀਂ ਮਾਨਤਾ ਪ੍ਰਾਪਤ ਹੁੰਦੇ ਹਨ। ਰਾਜ ਬਣਾਉਂਦਾ ਉਸਨੂੰ ਅਤੇ ਲਾਗੂ ਕਰਦਾ ਹੈ ਰਾਜ ਆਪਣੇ ਅਲੱਗ ਅਲੱਗ ਅੰਗਾਂ ਦੁਆਰਾ, ਰਾਈਟ। ਅਤੇ ਕਾਨੂੰਨ ਦਾ ਸਭ ਤੋਂ ਪਹਿਲਾਂ ਕੀ ਹੈ ਕਿ ਕਾਨੂੰਨ ਦਾ ਨਿਆਂਪੂਰਨ ਹੋਣਾ ਜ਼ਰੂਰੀ ਹੈ। ਜੋ ਵੀ ਕਾਨੂੰਨ ਹੋਏਗਾ ਉਹ ਨਿਆਂਪੂਰਨ ਹੋਵੇ, ਯਾਨੀ ਕਿ ਕੋਈ ਵੀ ਭੇਦਭਾਵ, ਕੋਈ ਵੀ ਡਿਸਕ੍ਰਿਮੀਨੇਸ਼ਨ, ਕੋਈ ਵੀ ਸਪੈਸ਼ਲ ਅਧਿਕਾਰ ਕਿਸੇ ਦਾ ਨਹੀਂ ਹੋਣਾ ਚਾਹੀਦਾ। ਸੈਕਿੰਡ ਵਨ ਇਜ਼ ਕਾਨੂੰਨ ਦੇ ਸਾਹਮਣੇ ਸਮਾਨਤਾ। ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਮਤਲਬ ਕੀ ਹੈ ਕਿ ਸਾਰੇ ਹੀ ਲੋਕ ਜਿਹੜੇ ਹੈਗੇ ਉਹ ਕਾਨੂੰਨ ਦੇ ਸਾਹਮਣੇ ਬਰਾਬਰ ਹਨ, ਕਿਸੇ ਦੇ ਵਿੱਚ ਵੀ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਰਾਈਟ, ਇਟ ਇਜ਼ ਨੋਨ ਐਜ਼ ਇਕੁਐਲਿਟੀ ਬਿਫੋਰ ਲਾਅ। ਕਿਸੇ ਵੀ ਡਿਸਕ੍ਰਿਮੀਨੇਸ਼ਨ, ਕਲਰ, ਕਾਸਟ, ਕ੍ਰੀਡ, ਰਿਲੀਜਨ, ਰੇਸ, ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਹੈ ਕਾਨੂੰਨ ਦੀ ਸਮਾਨ ਸੁਰੱਖਿਆ, ਯਾਨੀ ਕਿ ਯੂਨੀਫਾਰਮ ਪ੍ਰੋਟੈਕਸ਼ਨ ਟੂ ਐਵਰੀਵਨ। ਸਾਰਿਆਂ ਨੂੰ ਕਾਨੂੰਨ ਦੀ ਸਮਾਨ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ। ਜੇ ਕਿਸੇ 'ਤੇ ਇਲਜ਼ਾਮ ਲੱਗਿਆ ਹੈ ਤਾਂ ਉਸਨੂੰ ਪੂਰੇ ਬਚਾਉਣ ਦਾ ਆਪਣੇ ਆਪ ਨੂੰ ਅਧਿਕਾਰ ਹੈ। ਇਸੇ ਤਰੀਕੇ ਨਾਲ ਕੋਈ ਵੀ ਪੈਸੇ ਵਾਲਾ ਹੈ ਜਾਂ ਗਰੀਬ ਹੈ, ਸਭ ਨੂੰ ਜਾਂ ਅਮੀਰ ਹੈ ਜਾਂ ਮੰਤਰੀ ਹੈ ਜਾਂ ਆਮ ਆਦਮੀ ਹੈ, ਸਭ ਨੂੰ ਸਮਾਨ ਸੁਰੱਖਿਆ ਕਾਨੂੰਨ ਦਾ। ਇਕਸਾਰ ਕਾਨੂੰਨ ਪ੍ਰਣਾਲੀ, ਇਸ ਨੂੰ ਯੂਨੀਫਾਰਮ ਲੀਗਲ ਸਿਸਟਮ ਕਹਿੰਦੇ ਆ। ਠੀਕ ਹੈ, ਭਾਵੇਂ ਲੋਕ ਅਲੱਗ ਕਾਸਟ, ਰਿਲੀਜਨ, ਕਲਰ, ਕ੍ਰੀਡ ਦੇ ਹੋਣ, ਸਾਰਿਆਂ ਲਈ ਜਿਹੜੀ ਹੈ ਯੂਨੀਫਾਰਮ ਲੀਗਲ ਸਿਸਟਮ ਯਾਨੀ ਕਿ ਇਕਸਾਰ ਕਾਨੂੰਨ ਪ੍ਰਣਾਲੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈ ਵਿਧਾਨਕ ਸੰਸਥਾਵਾਂ ਦਾ ਨਿਰਮਾਣ ਤਰਕਸ਼ੀਲ ਆਧਾਰ 'ਤੇ ਹੋਣਾ ਚਾਹੀਦਾ। ਵਿਧਾਨਕ ਸੰਸਥਾਵਾਂ ਉਹ ਸੰਸਥਾਵਾਂ ਹਨ ਜਿਹੜੀਆਂ ਕਿ ਵਿਧਾਨ ਬਣਾਉਂਦੀਆਂ, ਯਾਨੀ ਕਿ ਕਾਨੂੰਨ ਬਣਾਉਂਦੀ ਹੈ, ਅਤੇ ਉਹਨਾਂ ਦਾ ਨਿਰਮਾਣ ਜਿਹੜਾ ਹੈ ਲੌਜੀਕਲ ਬੇਸ 'ਤੇ ਹੋਣਾ ਚਾਹੀਦਾ ਹੈ। ਸਭ ਲੋਕਾਂ ਦੀ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਨਾਲ ਇਨਜਸਟਿਸ ਨਾ ਹੋ ਸਕੇ। ਅਗਲਾ ਹੈ ਨਿਆਂ ਪ੍ਰਣਾਲੀ ਘੱਟ ਖਰਚੀਲੀ ਹੋਣੀ ਚਾਹੀਦੀ ਹੈ, ਲੈਸ ਐਕਸਪੈਂਸਿਵ। ਨਿਆਂ ਪ੍ਰਣਾਲੀ ਇਸ ਤਰ੍ਹਾਂ ਦੀ ਹੋਵੇ ਕਿ ਜੋ ਬਹੁਤ ਜਲਦੀ ਨਿਆਂ ਮਿਲੇ ਅਤੇ ਘੱਟ ਖਰਚੇ 'ਤੇ ਮਿਲੇ, ਬਹੁਤ ਘੱਟ ਖਰਚੇ 'ਤੇ ਮਿਲੇ। ਅਗਰ ਅੱਜ ਦੀ ਗੱਲ ਕਰਦੇ ਤਾਂ ਸਾਡੀ ਨਿਆਂ ਪ੍ਰਣਾਲੀ ਬੜੀ ਖਰਚੀਲੀ ਹੈ ਅਤੇ ਬੜਾ ਟਾਈਮ ਲੱਗਦਾ ਹੈ। ਅਗਲਾ ਹੈ ਨਿਆਂਪੂਰਨ ਸੁਤੰਤਰਤਾ ਅਤੇ ਕੁਸ਼ਲ ਹੋਣਾ ਚਾਹੀਦਾ। ਨਿਆਂਪਾਲਿਕਾ ਸੁਤੰਤਰ ਅਤੇ ਕੁਸ਼ਲ ਹੋਣਾ ਚਾਹੀਦਾ, ਯਾਨੀ ਕਿ ਨਿਆਂਪਾਲਿਕਾ 'ਤੇ ਕਿਸੇ ਦਾ ਵੀ ਕੰਟਰੋਲ ਨਹੀਂ ਹੋਣਾ ਚਾਹੀਦਾ। ਇਟ ਸ਼ੁੱਡ ਬੀ ਇੰਪਾਰਸ਼ਲ, ਇਟ ਸ਼ੁੱਡ ਬੀ ਇੰਡੀਪੈਂਡੈਂਟ ਫਰੋਮ ਐਨੀ ਕਾਈਂਡ ਆਫ ਕਿਸੇ ਪ੍ਰਕਾਰ ਦੀ ਇਹਦੇ 'ਤੇ ਦੂਸਰੇ ਕਿਸੇ ਸੰਸਥਾ ਦਾ ਜਿਹੜਾ ਹੈ ਇੰਪਰੈਸ਼ਨ ਨਹੀਂ ਹੋਣਾ ਚਾਹੀਦਾ ਹੈ। ਇਟ ਮੀਨਸ ਪ੍ਰੋਵੀਜ਼ਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਇੰਡੀਪੈਂਡੈਂਸ ਜਿਹੜੀ ਹੈ ਜੁਡੀਸ਼ਰੀ ਦੀ ਉਹ ਮੇਨਟੇਨ ਕੀਤੀ ਜਾ ਸਕੇ ਔਰ ਉਸਨੂੰ ਇਨਫਲੂਐਂਸ ਨਾ ਕੀਤਾ ਜਾ ਸਕੇ ਕਿਸੇ ਦੁਆਰਾ ਵੀ। ਨਿਆਂ ਪਾਲਿਕਾ ਸੁਤੰਤਰ ਅਤੇ ਨਿਰਪੱਖ ਹੋਣਾ ਚਾਹੀਦਾ ਹੈ, ਇਹ ਵੀ ਪੁਆਇੰਟ ਹੋ ਗਿਆ। ਅਤੇ ਕੁਸ਼ਲ ਹੋਣਾ ਚਾਹੀਦਾ, ਯਾਨੀ ਕਿ ਪੂਰੀ ਤਰ੍ਹਾਂ ਟ੍ਰੇਨ ਹੋਣਾ ਚਾਹੀਦਾ ਕਿ ਜਲਦੀ ਜਲਦੀ ਨਿਆਂ ਲੋਕਾਂ ਨੂੰ ਦੇ ਸਕਦੇ। ਓਕੇ, ਅਤੇ ਹੋਪਫੁਲੀ ਇੱਥੇ ਤੱਕ ਕਲੀਅਰ ਹੈ ਨਿਆਂ ਦਾ ਕਾਨੂੰਨੀ ਪੱਖ। ਨਿਆਂ ਦੇ ਕਾਨੂੰਨੀ ਪੱਖ ਨੂੰ ਅਸੀਂ ਹੇਠ ਲਿਖੇ ਸਿਰਲੇਖਾਂ ਵਿੱਚ ਵੰਡ ਸਕਦੇ ਹਾਂ। ਕਾਨੂੰਨ ਨਿਆਂ ਸੰਗਤ ਹੋਣੇ ਚਾਹੀਦੇ ਹਨ, ਨਿਆਂ ਕਾਨੂੰਨ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ, ਐਂਡ ਦੰਡ ਦਾ ਉਦੇਸ਼ ਹਮੇਸ਼ਾ ਸੁਧਾਰਵਾਦੀ ਹੋਣਾ ਚਾਹੀਦਾ ਹੈ। Legal justice means rule of law and not rule of any person. It includes two things: that all men are equal before law and that law is equally applicable to all. ਸਾਰੇ ਲਈ ਬਰਾਬਰ ਲਾਗੂ ਹੁੰਦੇ ਹਨ, ਸਾਰੇ ਲਈ ਬਰਾਬਰ ਹਨ। It provides legal security to all, ਔਰ ਸਭ ਨੂੰ ਲੀਗਲ ਸੁਰੱਖਿਆ ਇਹ ਪ੍ਰਦਾਨ ਕਰਦੇ ਹਨ। ਚਲੋ ਹੁਣ ਚੱਲਦੇ ਹਾਂ ਦੂਸਰੇ ਡਾਇਮੈਂਸ਼ਨ 'ਤੇ। ਦੂਸਰਾ ਡਾਇਮੈਂਸ਼ਨ ਹੈ ਪੋਲੀਟੀਕਲ ਜਸਟਿਸ।
ਪੋਲੀਟੀਕਲ ਜਸਟਿਸ यानी कि राजनीतिक न्याय या न्याय का राजनीतिक पक्ष। न्याय का राजनीतिक पक्ष तो की भाव है, थोड़ा जिहा इसनूं पढ़ते हैं। ये बेसिकली राज सत्ता ਅਤੇ नागरिकों के आपसी संबंधों नाल संबंध रखता है और यह राजनीतिक समानता की गल करता है। न्याय का राजनीतिक पक्ष अज की शासन प्रणाली हर इंसान नूं प्रभावित करती है, इसलिए हर इंसान नूं भी शासन प्रणाली नूं प्रभावित करने का अधिकार होना चाहिए है। मनुखी अधिकारां दे घोषणा पत्र की 20वीं धारा विच कहा गया है कि हर व्यक्ति नूं अपने देश की शासन व्यवस्था विच हिस्सा लैण का अधिकार है। हर किसी नूं राइट है कि अपने देश की शासन प्रणाली विच हिस्सा लवे, व्यवस्था विच हिस्सा लवे। अधिकार है कि दूजे शब्दों में कह सकते हैं किसी भी व्यक्ति नूं राजनीतिक अधिकार तो वांझा नहीं किया जा सकता है। तो आओ देखते हैं कि राजनीतिक न्याय की स्थापना लई शर्तां जरूरियां किहड़ियां-किहड़ियां हैं। सब तो पहली शर्त है सार्वजनिक बालक मत अधिकार, सब नूं ही वोट पाउण दा अधिकार है होना चाहिए। उस तो बाद चोण लड़न का अधिकार, सब नूं ही चोण लड़न का अधिकार होना चाहिए। सार्वजनिक अहुदे प्राप्त करने का अधिकार, देश के जिहड़े भी अहुदे हैं PM तो लैके प्रेजिडेंट तक सब नूं ये अहुदे प्राप्त करने का अधिकार होना चाहिए। योग्यता के हिसाब नाल किसी नाल धर्म, जाति, नस्ल, रंग, लिंग आदि आधार पर कोई भेदभाव नहीं होना चाहिए। उस तो बाद है सरकार की आलोचना करने का अधिकार, सब नूं होना चाहिए। सरकार की आलोचना करना देश की आलोचना नहीं करना होता है। राजनीतिक दलों के निर्माण का अधिकार, हर एक किसी नूं पोलीटिकल पार्टी बनाने का अधिकार है सॉरी। उस तो बाद रोस प्रगट का अधिकार, जो सरकार सही तरीके नहीं काम कर रही है, थोड़े नाल धक्केशाही हो रही है तो तुहानूं रोस प्रगट करने का अधिकार है, जो कि थोड़ा राजनीतिक अधिकार है। बेनती करने का अधिकार, किसी काम लई बेनती करने का भी अधिकार है सिस्टम तो, सरकार तो। मनुखी अधिकारों का सत्कार, राजनीतिक अधिकार मनुखी अधिकारों का भी सत्कार करता है। उस तो बाद घट गिनती के हितों की राखी, घट गिनती के हितों की राखी होनी चाहिए है। ये गिनती धर्म के, भाषा के, लिपि के, सभ्याचार के किसी भी आधार पर क्यों ना हो, उन्होंने हितों की सुरक्षा होनी चाहिए है तो विशेष प्रबंध होना चाहिए। राज सत्ता लोगों की सहमति पर आधारित होना चाहिए। मतलब कि जो भी राज कर रहा है वो लोगों के अनुसार चलन, अपने निजी स्वार्थ लिए ना जान। उस तो बाद लोकतंत्र प्रणाली विच नियमित चोण होनी चाहिए हैं और किसी भी भेदभाव की मनाही है। नियमित चोण का मतलब है रेगुलर इलैक्शन, और किसी तरह की भी डिस्क्रिमिनेशन नहीं होनी चाहिए है। हर तरह की डिस्क्रिमिनेशन की प्रोहिबिशन होनी चाहिए है, जो कि खास करके कास्ट, कलर, क्रीड, रिलीजन, रेस और स्टेटस के आधार पर हो। तो ये सन साडा राजनीतिक न्याय या फिर पोलिटिकल डायमेंशन ऑफ जस्टिस। पोलिटिकल जस्टिस मीनस गिविंग इक्वल पोलिटिकल राइट्स एंड अपॉर्चुनिटीज़ टू ऑल सिटीजन्स। हर किसी को इक्वल राइट्स देना टू टेक पार्ट इन एडमिनिस्ट्रेशन ऑफ द कंट्री, ताकि एडमिनिस्ट्रेशन जिहड़े देश की उसके भाग ले सकन। सिटीजन शुड हैव द राइट टू वोट विदाउट एनी डिस्क्रिमिनेशन। सिटीजन को राइट टू वोट होना चाहिए बिना डिस्क्रिमिनेशन के। क्रीड डिस्क्रिमिनेशन धर्म के, कलर के, कास्ट के, क्रीड के, सैक्स, बर्थ और स्टेटस के आधार पर जोड़े होंगे हैं। सी पोलिटिकल डायमेंशन ऑफ जस्टिस। लेट अस गो अहेड। सोशल जस्टिस, समाजिक जस्टिस, सामाजिक न्याय करते हैं आप। समाजिक न्याय या न्याय का एक पक्ष की है। समाजिक न्याय राइट, समाज काफ़ी समा तो आप देखते हैं कि ये जिहड़ी धारणा है, समाजिक धारणा, ये वख-वख तरह के जो समाज दे विच अन्याय होए, डिस्क्रिमिनेशन होए, भेदभाव होए, उसनों खत्म करने लिए है। और इसनों आप पढ़ते हैं। समाजिक न्याय का अर्थ है कि
ਕਿਸੇ ਦੇਸ਼ ਵਿੱਚ ਰਹਿ ਰਹੇ ਵਿਅਕਤੀ ਨਾਲ ਜਨਮ, ਜਾਤ, ਰੰਗ, ਨਸਲ ਆਦਿ ਦੇ ਆਧਾਰ 'ਤੇ ਕੋਈ ਭੇਦ ਨਹੀਂ ਹੋਣਾ ਚਾਹੀਦਾ। ਅਸਲ ਵਿੱਚ ਸਮਾਜਿਕ ਨਿਆਂ ਦਾ ਅਰਥ ਸਮਾਜਿਕ ਅਸਮਾਨਤਾਵਾਂ ਨੂੰ ਖਤਮ ਕਰਕੇ ਸਮਾਜਿਕ ਖੇਤਰ ਵਿੱਚ ਹਰ ਵਿਅਕਤੀ ਨੂੰ ਸਮਾਨ ਮੌਕੇ ਪ੍ਰਦਾਨ ਕਰਨਾ ਹੈ। ਕੇ ਸੁਬਾਰਾਓ ਅਨੁਸਾਰ ਵਿਆਪਕ ਰੂਪ ਵਿੱਚ ਸਮਾਜਿਕ ਨਿਆਂ ਲੋਕਾਂ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਪਾਏ ਜਾਣ ਵਾਲੇ ਅਸੰਤੁਲਨ ਨੂੰ ਦੂਰ ਕਰਨ ਦਾ ਯਤਨ ਹੈ। ਯਾਨੀ ਕਿ ਇਹ ਆਲਮੋਸਟ ਹਰ ਪੱਖ ਹੈ ਜਿਹੜਾ ਲਾਈਫ 'ਚ ਉਸ ਨੂੰ ਦੂਰ ਕਰਨ ਦੀ ਗੱਲ ਕਰਦਾ ਹੈ ਸਮਾਜਿਕ ਨਿਆਂ। ਸੰਖੇਪ ਵਿੱਚ ਸਮਾਜਿਕ ਨਿਆਂ ਦੇ ਆਧਾਰਿਤ ਸਮਾਜ ਕਾਇਮ ਕਰਨ ਵਿੱਚ ਸਹਾਇਤਾ ਕਰਦਾ ਹੈ। ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਸਮਾਜਿਕ ਨਿਆਂ ਜਿਹੜਾ ਹੈ ਨਿਆਂ 'ਤੇ ਆਧਾਰਿਤ ਸਮਾਜ ਕਾਇਮ ਕਰਨ ਦੀ ਲਈ ਸਹਾਇਤਾ ਕਰਦਾ ਹੈ। ਸਮਾਜਿਕ ਨਿਆਂ ਪ੍ਰਾਪਤ ਕਰਨ ਲਈ ਜ਼ਰੂਰੀ ਅਵਸਥਾਵਾਂ ਕਿਹੜੀਆਂ ਹਨ, ਦੇਖ ਲੈਂਦੇ ਹਾਂ। ਸਭ ਤੋਂ ਪਹਿਲੀ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ, ਯਾਨੀ ਕਿ ਹਰ ਕੋਈ ਕਾਨੂੰਨ ਦੇ ਸਾਹਮਣੇ ਬਰਾਬਰ ਹੋਣਾ ਚਾਹੀਦਾ। ਸਮਾਜਿਕ ਨਿਆਂ ਬਾਰੇ ਪ੍ਰੋਫੈਸਰ ਲਾਸਕੀ ਕਹਿੰਦੇ ਹਨ ਕਿ ਸਮਾਨ ਸਮਾਜਿਕ ਅਧਿਕਾਰਾਂ ਦੀ ਵਿਵਸਥਾ ਕਰਨਾ ਸਮਾਜਿਕ ਨਿਆਂ ਹੈ। ਅਤੇ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਜੇ ਗੱਲ ਕਰੀਏ ਆਪਾਂ, ਤੈਨੂੰ ਇੰਗਲਿਸ਼ 'ਚ ਕਹਿੰਦੇ ਹਾਂ ਕਿ ਇਕੁਐਲਿਟੀ ਬਿਫੋਰ ਲਾਅ, ਕਾਨੂੰਨ ਦੇ ਸਾਹਮਣੇ ਸਮਾਨਤਾ। ਕਿ ਕਾਨੂੰਨ ਦੇ ਸਾਹਮਣੇ ਹਰ ਕੋਈ ਸਮਾਨ ਹੈ। ਕਾਨੂੰਨ ਅਮੀਰ, ਗਰੀਬ, ਛੋਟਾ, ਵੱਡਾ, ਉੱਚਾ, ਨੀਵਾਂ, ਉੱਚੇ ਅਧਿਕਾਰੀ, ਛੋਟੇ ਅਧਿਕਾਰੀ ਵਿੱਚ ਕੋਈ ਭੇਦਭਾਵ ਨਹੀਂ ਕਰਦਾ ਹੈ। ਔਰ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਸਾਰਿਆਂ ਨੂੰ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ ਔਰ ਮਿਲਦੀ ਹੈ। ਭਾਰਤੀ ਸੰਵਿਧਾਨ ਦੇ ਅਧੀਨ ਸਾਰੇ ਵਿਅਕਤੀ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। ਆਰਟੀਕਲ 14 to 18 ਤੱਕ ਕਾਨੂੰਨ ਇਕੁਐਲਿਟੀ ਦਾ ਰਾਈਟ ਮੈਨਸ਼ਨਡ ਹੈ ਸਾਡੇ ਸੰਵਿਧਾਨ 'ਚ। ਉਸ ਤੋਂ ਬਾਅਦ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ। ਵਿਸ਼ੇਸ਼ ਅਧਿਕਾਰ, ਕਾਨੂੰਨ ਦੇ ਸਾਹਮਣੇ ਸਮਾਨਤਾ ਤਾਂ ਹੀ ਹੋਏਗੀ ਤਾਂ ਕਿਸੇ ਵੀ ਵਰਗ ਦਾ ਵਿਸ਼ੇਸ਼ ਅਧਿਕਾਰ ਨਹੀਂ ਹੋਏਗਾ। ਸਮਾਜਿਕ ਨਿਆਂ ਦੀ ਸਥਾਪਨਾ ਲਈ ਇਹ ਜ਼ਰੂਰੀ ਹੈ ਕਿ ਸਮਾਜ ਵਿੱਚ ਕੋਈ ਵਿਸ਼ੇਸ਼ ਅਧਿਕਾਰ ਵਾਲਾ ਵਰਗ ਨਾ ਹੋਵੇ, ਵਿਅਕਤੀ ਨਾ ਹੋਵੇ। ਜੇਕਰ ਸਮਾਜ ਵਿੱਚ ਕੋਈ ਇਸ ਤਰ੍ਹਾਂ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਏਗਾ ਤਾਂ ਬਾਕੀ ਲੋਕ ਜਿਹੜੇ ਹੈ ਆਪਣੇ ਅਧਿਕਾਰਾਂ ਤੋਂ ਵਾਂਝੇ ਰਹਿ ਜਾਣਗੇ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਵਿਸ਼ੇਸ਼ ਅਧਿਕਾਰਾਂ ਵਰਗ ਦੀ ਗੈਰ ਹਾਜ਼ਰੀ ਬੜੀ ਜ਼ਰੂਰੀ ਹੈ ਜੇ ਸਮਾਜ ਵਿੱਚ ਅਸੀਂ ਨਿਆਂ ਚਾਹੁੰਦੇ ਹਾਂ। ਭੇਦਭਾਵ ਦੀ ਮਨਾਹੀ ਮਤਲਬ ਨੋ ਡਿਸਕ੍ਰਿਮੀਨੇਸ਼ਨ। ਡਿਸਕ੍ਰਿਮੀਨੇਸ਼ਨ ਮੇਨਲੀ ਨਸਲ, ਜਾਤ, ਰੰਗ, ਲਿੰਗ ਆਦਿ ਦੇ ਆਧਾਰ 'ਤੇ ਹੁੰਦੇ ਹਨ। ਭਾਰਤ ਵਿੱਚ ਛੂਤ-ਛਾਤ ਪ੍ਰਥਾ ਸਮਾਜਿਕ ਨਿਆਂ ਦੇ ਖਿਲਾਫ ਸੀ ਔਰ ਹਜੇ ਤੱਕ ਇਹ ਭੇਦਭਾਵ ਕਾਫੀ ਲੋਕਾਂ ਦੇ ਮਨਾਂ 'ਚ ਨਹੀਂ ਗਏ ਹਨ ਅਤੇ ਇਸ ਪ੍ਰਕਾਰ ਇਹਨਾਂ ਦਾ ਜ਼ੋਰਦਾਰ ਖੰਡਨ ਹੋਣਾ ਚਾਹੀਦਾ ਹੈ ਅਤੇ ਇਸ ਦੀ ਪਾਲਣਾ ਕਰਨ ਵਾਲੇ ਨੂੰ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ ਹੈ। ਉਸ ਤੋਂ ਬਾਅਦ ਕਮਜ਼ੋਰ ਵਰਗ ਲਈ ਵਿਸ਼ੇਸ਼ ਵਿਵਸਥਾ ਹੋਣੀ ਚਾਹੀਦੀ। ਜਿਹੜਾ ਵੀ ਵਰਗ ਕਮਜ਼ੋਰ ਹੈ ਉਸ ਦੇ ਲਈ ਵਿਸ਼ੇਸ਼ ਵਿਵਸਥਾ ਹੋਣੀ ਚਾਹੀਦੀ ਹੈ। ਜਿਵੇਂ ਕਿ SC ST ਵਰਗ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਰਿਜ਼ਰਵੇਸ਼ਨ ਦੀ। ਕਿਉਂਕਿ ਉਹ ਕਮਜ਼ੋਰ ਵਰਗ ਸਨ, ਬਹੁਤ ਸਾਰੇ ਸਾਲ ਜਾਂ ਹਜ਼ਾਰਾਂ ਸਾਲ ਉਹ ਵੰਚਿਤ ਰਹੇ ਹਨ। ਇਸ ਲਈ ਸਮਾਜਿਕ ਬੁਰਾਈਆਂ ਦਾ ਖਾਤਮਾ ਹੋਣਾ ਚਾਹੀਦਾ। ਜੋ ਸਾਡੇ ਸਮਾਜ ਦੇ ਵਿੱਚ ਬੁਰਾਈਆਂ ਫੈਲੀਆਂ ਹੋਈਆਂ ਹਨ ਉਹਨਾਂ ਦਾ ਖਾਤਮਾ ਹੋਣਾ ਚਾਹੀਦਾ ਹੈ। ਜਾਤੀ ਪ੍ਰਥਾ ਦਾ ਖਾਤਮਾ ਹੋਣਾ ਚਾਹੀਦਾ। ਧਨ ਦੀ ਨਿਆਂਪੂਰਨ ਵੰਡ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਲੋਕਤੰਤਰ ਪ੍ਰਣਾਲੀ ਹੋਣੀ ਚਾਹੀਦੀ ਹੈ। ਤਾਂ ਹੀ ਜਾ ਕੇ ਅਸੀਂ ਸਮਾਜਿਕ ਨਿਆਂ ਦੀ ਗੱਲ ਸੋਚ ਸਕਦੇ ਹਾਂ। ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਹੋਣੀ ਚਾਹੀਦੀ ਹੈ। ਸਮਾਜਿਕ ਸੁਰੱਖਿਆ ਤੋਂ ਭਾਵ ਹੈ ਕਿ ਲੋਕਾਂ ਨੂੰ ਲਿਵਿੰਗ ਮਿਲਣੀ ਚਾਹੀਦੀ ਹੈ। ਹਰ ਏਜ ਦੇ ਵਿੱਚ ਰੋਟੀ, ਕੱਪੜਾ, ਮਕਾਨ, ਬੇਸਿਕ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ। ਸਮਾਨ ਰਾਜਨੀਤਿਕ ਅਧਿਕਾਰਾਂ ਦੀ ਵਿਵਸਥਾ ਹੋਣੀ ਚਾਹੀਦੀ। ਸਾਰੇ ਲਈ ਸਮਾਨ ਰਾਜਨੀਤਿਕ ਵਿਵਸਥਾ ਹੋਣ, ਕਿਸੇ ਲਈ ਘੱਟ ਜਾਂ ਵੱਧ ਰਾਜਨੀਤਿਕ ਵਿਵਸਥਾ ਨਾ ਹੋਣ ਔਰ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਹੋਣੀ ਚਾਹੀਦੀ ਹੈ। ਘੱਟ ਗਿਣਤੀ ਦੇ ਹਿੱਤਾਂ ਦੀ ਰਾਖੀ ਹੋਏਗੀ ਤਾਂ ਹੀ ਜਾ ਕੇ ਅਸੀਂ ਸਮਾਜਿਕ ਤੌਰ 'ਤੇ ਪੂਰਨ ਹਰ ਕਿਸੇ ਨੂੰ ਨਿਆਂ ਦੀ ਗੱਲ ਸੋਚ ਸਕਦੇ ਹਾਂ। ਸੁਤੰਤਰ ਅਤੇ ਸਮਾਜਿਕ ਕੰਟਰੋਲ ਵਿੱਚ ਹੋਣਾ ਚਾਹੀਦਾ। ਸੁਤੰਤਰਤਾ ਅਤੇ ਸਮਾਜਿਕ ਕੰਟਰੋਲ ਵਿੱਚ ਉਚਿਤ ਸੰਤੁਲਨ ਹੋਣਾ ਚਾਹੀਦਾ। ਪ੍ਰੋਪਰ ਬੈਲੈਂਸ ਹੋਣਾ ਚਾਹੀਦਾ ਹੈ ਸੁਤੰਤਰਤਾ ਅਤੇ ਸਮਾਜਿਕ ਕੰਟਰੋਲ ਵਿੱਚ। ਜਿੱਥੇ ਸਮਾਜਿਕ ਨਿਆਂ ਵਿਅਕਤੀ ਦੇ ਵਿਕਾਸ ਲਈ ਸਮਾਨ ਅਧਿਕਾਰਾਂ ਅਤੇ ਉਚਿਤ ਮੌਕਿਆਂ ਦੀ ਮੰਗ ਕਰਦਾ ਹੈ ਉੱਥੇ ਜਿਹੜਾ ਸਮਾਜ ਦੀ ਵਿਆਪਕ ਭਲਾਈ ਲਈ ਸਮਾਜਿਕ ਕੰਟਰੋਲ ਦੀ ਵੀ ਜ਼ਰੂਰੀ ਹੈ। ਪਰ ਉਹ ਕੰਟਰੋਲ ਜਿਹੜਾ ਹੁੰਦਾ ਉਹ ਉਚਿਤ ਹੋਣਾ ਚਾਹੀਦਾ। ਦੋਨਾਂ ਵਿੱਚ ਸੰਤੁਲਨ ਹੋਣਾ ਚਾਹੀਦਾ, ਬੈਲੈਂਸ ਹੋਣਾ ਚਾਹੀਦਾ।
ठीक है। तो इस लेकिन समाजिक ਜਿਹੜਾ ਹੈ कंट्रोल ਦੀ भी एक उचित दायरा होना चाहिए है, उचित सीमा होनी चाहिए है। ਅੱਗੇ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਸਾਰਿਆਂ ਨੂੰ, ਤਾਂ ਹੀ ਇੱਕ ਸਮਾਜਿਕ ਨਿਆਂ ਪ੍ਰੋਪਰਲੀ ਮਿਲ ਸਕੇਗਾ। ਉਸ ਤੋਂ ਬਾਅਦ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਹੋਣੀ ਚਾਹੀਦੀ ਹੈ, ਇਸ ਨੂੰ ਆਪਾਂ ਆਰਥਿਕ ਪੱਖ ਦੇ ਵਿੱਚ ਵੀ ਪੜ੍ਹਾਂਗੇ। ਸੋਸ਼ਲ ਜਸਟਿਸ ਇਜ਼ ਫੇਅਰਨੈਸ ਐਜ਼ ਇਟ ਮੈਨੀਫੈਸਟ ਇਨ ਸੋਸਾਇਟੀ। ਫੇਅਰਨੈਸ ਹੁਣ ਤੋਂ ਇਹ ਜ਼ਾਹਿਰ ਹੁੰਦਾ ਸਾਡੇ ਸੋਸਾਇਟੀ 'ਚ ਸੋਸ਼ਲ ਜਸਟਿਸ, ਦੈਟ ਇਨਕਲੂਡਸ ਫੇਅਰਨੈਸ ਇਨ ਹੈਲਥ ਕੇਅਰ ਸਭ ਨੂੰ ਮਿਲਣਾ ਚਾਹੀਦਾ, ਐਮਪਲੋਇਮੈਂਟ ਮਿਲਣੀ ਚਾਹੀਦੀ ਹੈ, ਹਾਊਸਿੰਗ और बेसिक ज़रूरत पूरी होनी चाहिए। ना सोशल जस्टिस अप्लाइज टू ऑल आस्पेक्ट्स ऑफ सोसाइटी इंक्लूडिंग रेस एंड जेंडर एंड इट इज़ क्लोजली टाइड टू ह्यूमन राइट्स। सोशल जस्टिस जिहड़ा है ह्यूमन राइट्स नाल भी संबंध रखता है, क्लोजली टाइड है इस दे नाल। नाउ द लास्ट जस्टिस, द लास्ट पक्ष या लास्ट डायमेंशन इकोनॉमिक जस्टिस, यानी कि पैसे के पक्ष तो या फिर ਇੰਨੇ ਨਾ ਹੋਣ ਕਿ ਕਿਸੇ ਨੂੰ ਖਾਣ ਨੂੰ ਨਾ ਮਿਲੇ ਔਰ ਕਿਸੇ ਦੇ ਘਰੇ ਪੈਸੇ ਹੀ ਪੈਸੇ ਹੋਣ। ਦੈਟ ਇਜ਼ ਇਟ ਰਿਪਰੈਜ਼ੈਂਟਸ। ਅੱਜ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਤੇ ਕੁਛ ਲੋਕ ਬਹੁਤ ਅਮੀਰ ਹਨ ਅਤੇ ਮੈਕਸੀਮਮ ਲੋਕ ਬਹੁਤ ਗਰੀਬ ਹਨ। ਇਹ ਨਹੀਂ ਹੋਣਾ ਚਾਹੀਦਾ। ਇਸ ਪਿਕਚਰ ਰਾਹੀਂ ਵੀ ਇਸ ਨੂੰ ਆਪਾਂ ਥੋੜ੍ਹਾ ਜਿਹਾ ਡਿਪਿਕਟ ਕਰ ਸਕਦੇ ਹਾਂ। ਇਹ ਡਿਸਪੈਰਿਟੀ ਨੂੰ ਸ਼ੋ ਕਰਦਾ ਹੈ ਕਿ ਮੈਕਸੀਮਮ ਲੋਕ ਜਿਹੜੇ ਹੈਗੇ ਕਿਸ ਤਰ੍ਹਾਂ ਘੱਟ ਤੇ ਜੀਂਦੇ ਨੇ ਅਤੇ ਕੁਛ ਲੋਕ ਬਹੁਤ ਜ਼ਿਆਦਾ ਉਹਨਾਂ ਨੂੰ ਸਹੂਲਤਾਂ ਪ੍ਰਾਪਤ ਹਨ। ਇਸ ਪਿਕਚਰ ਰਾਹੀਂ ਵੀ ਇਹੀ ਡਿਪਿਕਟ ਹੁੰਦਾ ਹੈ। ਅਤੇ ਆਓ ਕਰਦੇ ਹਾਂ ਆਰਥਿਕ ਨਿਆਂ ਜਾਂ ਨਿਆਂ ਦਾ ਆਰਥਿਕ ਪੱਖ। ਆਰਥਿਕ ਪੱਖ ਮਨੁੱਖੀ ਜੀਵਨ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਪੱਖ ਹੈ। ਆਰਥਿਕ ਪੱਖ ਮਨੁੱਖੀ ਜੀਵਨ ਦੀਆਂ ਭੌਤਿਕ ਲੋੜਾਂ ਦੀ ਪੂਰਤੀ ਨਾਲ ਸੰਬੰਧਿਤ ਹੈ। ਭੌਤਿਕ ਲੋੜਾਂ ਦਾ ਮਤਲਬ ਹੈ ਕਿ ਉਹ ਜ਼ਰੂਰਤਾਂ ਜਿਸ ਤੋਂ ਬਗੈਰ ਆਦਮੀ ਜਿਹੜਾ ਹੈ ਜੀਵਿਤ ਨਹੀਂ ਰਹਿ ਸਕਦਾ ਹੈ। ਪਹਿਲਾਂ ਤਾਂ ਇਸ ਦੇ ਵਿੱਚ ਰੋਟੀ ਕੱਪੜਾ ਮਕਾਨ ਆ ਜਾਏਗਾ। ਆਰਥਿਕ ਪੱਖ ਜਾਂ ਆਰਥਿਕ ਨਿਆਂ ਤੋਂ ਭਾਵ ਹਰ ਵਿਅਕਤੀ ਨੂੰ ਧਨ ਕਮਾਉਣ ਅਤੇ ਜੀਵਨ ਵਿੱਚ ਉਸ ਦਾ ਪ੍ਰਯੋਗ ਕਰਨ ਲਈ ਸਮਾਨ ਮੌਕੇ ਪ੍ਰਦਾਨ ਕਰਨਾ ਹੈ। ਵਿਅਕਤੀ ਦੀਆਂ ਰੋਟੀ ਕੱਪੜਾ ਅਤੇ ਮਕਾਨ ਦੀਆਂ ਲੋੜਾਂ ਬੁਨਿਆਦੀ ਲੋੜਾਂ ਹਨ। ਇਹਨਾਂ ਬੁਨਿਆਦੀ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ ਹੈ ਅਤੇ ਧਨ ਦੀ ਕਾਣੀ ਵੰਡ ਨਹੀਂ ਹੋਣੀ ਚਾਹੀਦੀ ਹੈ। ਧਨ ਦੀ ਕਾਣੀ ਵੰਡ ਨੂੰ ਰੋਕਿਆ ਜਾਣਾ ਚਾਹੀਦਾ ਹੈ। MC ਸੀਤਲਵਾਦ ਅਨੁਸਾਰ ਆਰਥਿਕ ਨਿਆਂ ਦਾ ਅਰਥ ਲੋਕਾਂ ਨੂੰ ਧਨ ਪ੍ਰਾਪਤ ਕਰਨ ਅਤੇ ਜੀਵਨ ਵਿੱਚ ਉਸ ਦੀ ਵਰਤੋਂ ਕਰਨ ਦੇ ਸਮਾਨ ਮੌਕੇ ਪ੍ਰਦਾਨ ਕਰਨ ਤੋਂ ਹੈ। ਜਿਹੜਾ ਵਿਅਕਤੀ ਅੰਗਹੀਨ, ਬਜ਼ੁਰਗ ਅਤੇ ਬੇਕਾਰ ਹਨ ਅਤੇ ਧਨ ਪ੍ਰਾਪਤ ਨਹੀਂ ਕਰ ਸਕਦੇ ਹਨ, ਉਹਨਾਂ ਦੀ ਸਮਾਜ ਦੁਆਰਾ ਜੀਉਣ ਲਈ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਅਤੇ ਇਹ ਬਹੁਤ ਖੂਬਸੂਰਤ ਡੈਫੀਨੇਸ਼ਨ ਹੈ। ਸਭ ਲਈ ਇਹ ਇੱਕੋ ਜਿਹਾ ਚਾਹੁੰਦੀ ਹੈ ਕਿ ਸਭ ਦੀ ਬੇਸਿਕ ਲੋੜਾਂ ਪੂਰਤੀ ਹੋਣ, ਇਸ ਲਈ ਮੈਂ ਇਸ ਡੈਫੀਨੇਸ਼ਨ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ। ਆਰਥਿਕ ਨਿਆਂ ਪ੍ਰਾਪਤੀ ਲਈ ਕਿਹੜੀ ਵਿਵਸਥਾ ਹੋਣੀ ਚਾਹੀਦੀ ਹੈ? ਸਭ ਤੋਂ ਪਹਿਲਾਂ ਹੈ ਕੰਮ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜੇ ਕੰਮ ਦਾ ਅਧਿਕਾਰ ਹੈ ਤਾਂ ਉਚਿਤ ਵੇਤਨ ਦਾ ਅਧਿਕਾਰ, ਬਰਾਬਰ ਵੇਤਨ ਦਾ ਅਧਿਕਾਰ ਬਰਾਬਰ ਕੰਮ ਲਈ ਹੋਣਾ ਚਾਹੀਦਾ। ਉਸ ਤੋਂ ਬਾਅਦ ਆਰਥਿਕ ਸੁਰੱਖਿਆ ਹੋਣੀ ਚਾਹੀਦੀ ਹੈ। ਜੇ ਸਿਚੁਏਸ਼ਨ ਇਸ ਤਰ੍ਹਾਂ ਦੀ ਹੋਈ ਕਿ ਬੰਦਾ ਕੰਮ ਨਹੀਂ ਕਰ ਸਕਦਾ ਹੈ ਤਾਂ ਉਸ ਨੂੰ ਆਰਥਿਕ ਸੁਰੱਖਿਆ ਹੋਣੀ ਚਾਹੀਦੀ ਹੈ। ਮੁੱਢਲੀਆਂ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ ਹੈ, ਯਾਨੀ ਕਿ ਰੋਟੀ ਕੱਪੜਾ ਮਕਾਨ ਵਾਲੀ ਜਿਹੜੀ ਜ਼ਰੂਰਤ ਹੈ ਉਸ ਦੀ ਪੂਰੀ ਹੋਣੀ ਚਾਹੀਦੀ। ਧਨ ਦੀ ਉਚਿਤ ਵੰਡ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਕੋਈ ਬਹੁਤ ਜ਼ਿਆਦਾ ਅਮੀਰ ਹੋਵੇ ਅਤੇ ਕਿਸੇ ਕੋਲ ਕੁਛ ਨਾ ਹੋਵੇ। ਆਰਥਿਕ ਅਸਮਾਨਤਾ ਨੂੰ ਘੱਟ ਕਰਨਾ ਚਾਹੀਦਾ ਹੈ ਅਤੇ ਸਮਾਨ ਕੰਮ ਕਰਨ ਲਈ ਸਮਾਨ ਪੈਸੇ ਮਿਲਣੇ ਚਾਹੀਦੇ ਹਨ ਔਰ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਹੋਣੀ ਚਾਹੀਦੀ ਹੈ। ਕਮਜ਼ੋਰ ਵਰਗ ਦੇ ਹਿੱਤਾਂ ਦੀ ਵਿਸ਼ੇਸ਼ ਜਿਹੜੀ ਹੈ ਦੇਖਭਾਲ ਹੋਣੀ ਚਾਹੀਦੀ ਹੈ। ਸਮਰੱਥਾ ਅਨੁਸਾਰ ਕੰਮ ਅਤੇ ਲੋੜ ਅਨੁਸਾਰ ਉਹਨਾਂ ਨੂੰ ਵੇਤਨ ਮਿਲਣਾ ਚਾਹੀਦਾ ਹੈ। ਇੰਨਾ ਵੇਤਨ ਮਿਲੇ ਕਿ ਸਭ ਲਈ ਸਮਾਨ ਤਾਂ ਨਹੀਂ ਕਹਾਂਗਾ, ਐਡੀਕੁਏਟ ਹੋਣ, ਇਨਫ ਹੋਣ। ਆਰਥਿਕ ਸ਼ੋਸ਼ਣ ਦੀ ਸਮਾਪਤੀ ਹੋਣੀ ਚਾਹੀਦੀ ਹੈ। ਜਿਹੜੀ ਆਰਥਿਕ ਸ਼ੋਸ਼ਣ ਹੁੰਦੀ ਹੈ, ਕੰਮ ਜ਼ਿਆਦਾ ਕਰਵਾ ਕੇ ਘੱਟ ਪੈਸੇ ਦਿੱਤੇ ਜਾਂਦੇ ਹਨ। ਪੁਰਸ਼ਾਂ ਅਤੇ ਇਸਤਰੀਆਂ ਦੀਆਂ ਜਿਹੜੀਆਂ ਪ੍ਰੋਬਲਮ ਹੈ ਉਸ ਦੇ ਵਿੱਚ ਕਈ ਵਾਰੀ ਦੇਖਦੇ ਹਾਂ ਕਿ ਇਸਤਰੀਆਂ ਨੂੰ ਘੱਟ ਪੈਸਾ ਮਿਲਦਾ ਹੈ ਅਤੇ ਉਹ ਵੀ ਹੋਣਾ ਚਾਹੀਦਾ। ਇਹਨਾਂ ਦੇ ਸਿਹਤ ਦੀ ਦੇਖਭਾਲ ਵੀ ਹੋਣੀ ਚਾਹੀਦੀ ਹੈ ਔਰ ਉਹਨਾਂ ਦੇ ਆਰਥਿਕ ਜ਼ਰੂਰਤਾਂ ਦੀ ਪੂਰਤੀ ਵੀ ਹੋਣੀ ਚਾਹੀਦੀ ਹੈ। ਔਰ ਆਰਥਿਕ ਸੀਮਿਤ ਸੰਪਤੀ ਦਾ ਅਧਿਕਾਰ ਹਰ ਕਿਸੇ ਕੋਲ ਹੋਣਾ ਚਾਹੀਦਾ ਹੈ। ਧਨ ਦਾ ਨਿਆਂਪੂਰਨ ਵੰਡ ਹੋਣਾ ਚਾਹੀਦਾ ਹੈ ਔਰ ਰਾਜ ਜਿਹੜੀ ਹੈ ਉਹ ਕਲਿਆਣਕਾਰੀ ਰਾਜ ਹੋਣੀ ਚਾਹੀਦੀ ਹੈ ਤਾਂ ਕਿ ਸਭ ਦਾ ਕਲਿਆਣ ਕਰ ਸਕੇ, ਰਾਜ ਸਭ ਦੇ ਭਲੇ ਲਈ ਕੰਮ ਕਰ ਸਕੇ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਇਕਨੋਮਿਕ ਜਸਟਿਸ
has just been justice has been defined as a set of moral principle. ये moral principle है for building economic institutions, economic institution ਨੂੰ ਬਣਾਉਣ ਲਈ, the ultimate goal of which is to create an opportunity for each person, ਹਰ ਇੱਕ ਲਈ ਮੌਕਾ create ਕਰਨਾ, to create sufficient material foundation upon which we have a dignified, productive and creative life beyond economics. economics ਤੋਂ beyond ਇੱਕ productive, dignified and creative life ਹੋਵੇ। ਇਹ ਨਾ ਹੋਵੇ ਕਿ ਸਿਰਫ ਪੈਸਾ ਪੈਸਾ ਹੀ ਕਰਦਾ ਰਹੇ, ਔਰ ਇਹ ਨਾ ਹੋਵੇ ਕਿ ਥੋੜੇ ਕੋਲ ਪੈਸਾ ਹੋਵੇ ਔਰ ਬਾਕੀ ਪੈਸੇ ਲਈ ਤਰਸਦੇ ਹੋਣ। ਅਤੇ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਇਕਨੋਮਿਕ ਜਸਟਿਸ ਸਮਾਜ ਦੇ ਵਿੱਚ ਇੱਕ ਇਕਨੋਮਿਕ ਰਾਈਟ ਡਿਸਟਰੀਬਿਊਸ਼ਨ ਦੀ ਮੰਗ ਕਰਦਾ ਹੈ, ਜਿੱਥੇ ਸੀਮਾ ਵਿੱਚ ਰਹਿੰਦੇ ਹੋਏ ਹਰ ਕਿਸੇ ਨੂੰ ਉਨਾ ਮਿਲੇ ਕਿ ਵੀ ਕਿਸੇ ਦਾ ਜੀਵਨ ਆਰਥਿਕ ਪੱਖੋਂ ਬਿਲਕੁਲ ਹੀ ਗੁਜ਼ਰਿਆ ਨਾ ਹੋਵੇ। ਅਤੇ ਇਹ ਸਨ ਨਿਆਂ ਦੇ ਬੇਸਿਕਲੀ 4 ਪੱਖ: ਨਿਆਂ ਦਾ ਕਾਨੂੰਨੀ ਪੱਖ, ਰਾਜਨੀਤਿਕ ਪੱਖ, ਸਮਾਜਿਕ ਪੱਖ ਅਤੇ ਆਰਥਿਕ ਪੱਖ। ਆਓ ਇੱਕ ਵਾਰੀ ਸਿੱਟੇ 'ਚ ਇਸ ਨੂੰ ਕਨਕਲੂਡ ਕਰਦੇ ਹਾਂ। ਨਿਆਂ ਦੇ ਕਾਨੂੰਨੀ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪੱਖ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪੁੱਛਦੇ ਹਾਂ ਕਿ ਇਹਨਾਂ ਸਾਰੇ ਪੱਖਾਂ 'ਚ ਪਹਿਲੂਆਂ 'ਚ 9 ਮਾਸ ਵਾਲਾ ਸੰਬੰਧ ਹੈ। ਕਿਸੇ ਵੀ ਇੱਕ ਪੱਖ ਦੀ ਅਣਹੋਂਦ ਵਿੱਚ ਸੰਪੂਰਨ ਨਿਆਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ। ਇੱਕ ਸਮਾਜ ਨੂੰ ਨਿਆਂ ਦੇ ਆਧਾਰਿਤ ਸਮਾਜ ਅਸੀਂ ਉਦੋਂ ਹੀ ਮੰਨ ਸਕਦੇ ਹਾਂ ਜਦੋਂ ਕਿ ਹਰ ਵਿਅਕਤੀ ਨੂੰ ਕਾਨੂੰਨੀ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਨਿਆਂ ਪ੍ਰਾਪਤ ਹੁੰਦਾ ਹੈ। ਜੇ ਅਸੀਂ ਇੱਕ ਸੰਤੁਲਿਤ ਸਮਾਜ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਸਾਰੇ ਹੀ ਨਿਆਂ ਦੇ ਪੱਖਾਂ ਵੱਲ ਧਿਆਨ ਦੇਣਾ ਪਏਗਾ ਅਤੇ ਸਭ ਲਈ ਸਭ ਤਰ੍ਹਾਂ ਦੇ ਨਿਆਂ ਦੀ ਵਿਵਸਥਾ ਕਰਨੀ ਪਵੇਗੀ। ਅਤੇ ਇੱਕ ਪੱਖ ਦੀ ਗੈਰਹਾਜ਼ਰੀ ਵਿੱਚ, ਇੱਕ ਪੱਖ ਦੀ ਅਣਹੋਂਦ ਵਿੱਚ ਬਾਕੀ ਪੱਖਾਂ ਦੀ ਵੈਲਿਊ ਵੀ ਖਤਮ ਹੋ ਜਾਂਦੀ ਹੈ। ਇਸ ਲਈ ਨਿਆਂ ਜਿਹੜਾ ਹੈ ਉਹ ਸੰਪੂਰਨ ਰੂਪ ਵਿੱਚ ਮਿਲਣਾ ਚਾਹੀਦਾ ਹੈ। ਨਿਆਂ ਇੱਕ ਅਜਿਹੀ ਵਿਵਸਥਾ ਹੈ ਜਿਸ ਵਿੱਚ ਵਿਅਕਤੀ ਆਪਸੀ ਸੰਬੰਧ ਵਿੱਚ ਬਣ ਕੇ ਰਹਿੰਦੇ ਹਨ ਅਤੇ ਇੱਕ ਦੂਜੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸੰਬੰਧਿਤ ਹੁੰਦੇ ਹਨ ਅਤੇ ਇਸ ਪ੍ਰਕਾਰ ਉਹ ਅਧਿਕਾਰ ਅਤੇ ਕਰਤੱਵ ਨਾਲ ਜੁੜੇ ਹੁੰਦੇ ਹੋਏ ਹਨ। ਜਦੋਂ ਵਿਅਕਤੀ ਆਪਣੇ ਕਰਤੱਵਾਂ ਦੀ ਅਦਾਇਗੀ ਕਰਦਾ ਹੈ ਅਤੇ ਦੂਸਰਿਆਂ ਨਾਲ ਉਚਿਤ ਵਿਵਹਾਰ ਕਰਦਾ ਹੈ ਤਾਂ ਉਹ ਨਿਆਂ ਕਰ ਰਿਹਾ ਹੈ। ਇਹਦਾ ਮਤਲਬ ਹੈ ਕਿ ਸਾਨੂੰ ਆਪਣੇ ਕਰਤੱਵਾਂ ਦੀ ਅਦਾਇਗੀ ਕਰਨੀ ਪਏਗੀ ਤਾਂ ਹੀ ਸਮਾਜ ਦੇ ਵਿੱਚ ਨਿਆਂ ਪੋਸੀਬਲ ਹੈ ਅਤੇ ਸਾਰੇ ਪੱਖ ਨਿਆਂ ਦੇ ਹੋਣਗੇ ਤਾਂ ਹੀ ਸੰਪੂਰਨ ਨਿਆਂ ਮਿਲ ਪਾਏਗਾ। ਯਾਨੀ ਕਿ ਸਾਰਿਆਂ ਨੂੰ ਕਾਨੂੰਨੀ ਨਿਆਂ, ਰਾਜਨੀਤਿਕ ਨਿਆਂ, ਸਮਾਜਿਕ ਨਿਆਂ, ਆਰਥਿਕ ਨਿਆਂ ਮਿਲੇਗਾ ਤਾਂ ਹੀ ਸਮਾਜ ਵਿੱਚ ਨਿਆਂ ਪੋਸੀਬਲ ਹੋਏਗਾ, ਅਦਰਵਾਈਜ਼ ਨਹੀਂ ਹੋਏਗਾ। ਅਤੇ ਇਹ ਸਨ ਨਿਆਂ ਦੇ ਅਲੱਗ-ਅਲੱਗ ਪੱਖ, ਅਲੱਗ-ਅਲੱਗ ਕਿਸਮਾਂ। ਮਿਲਦੇ ਹਾਂ ਅਗਲੇ ਵੀਡੀਓ 'ਚ। ਜੇ ਕਿਤੇ ਵੀ ਕੋਈ ਭੁੱਲ ਚੁੱਕ ਹੋਈ ਹੈ ਅਤੇ ਉਸ ਦੇ ਲਈ ਖਿਮਾ ਦਾ ਆਰਜ਼ੀ ਹਾਂ, ਅਤੇ ਜੋ ਛੋਟੀ ਬਹੁਤ ਮੋਟੀ ਗਲਤੀਆਂ ਹੋਈਆਂ ਇਸ ਦੇ ਵਿੱਚ ਉਹ ਪ੍ਰਿੰਟਿੰਗ ਕਰਕੇ ਹੋਈ ਹੈ ਅਤੇ ਉਸ ਲਈ ਵੀ ਖਿਮਾ ਕੀਤਾ ਜਾਵੇ ਜੀ। ਧੰਨਵਾਦ ਸਹੀ। ਮਿਲਦੇ ਹਾਂ ਅਗਲੇ ਵੀਡੀਓ 'ਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।